ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸ਼੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਸਟੀਕ ਬਾਣੀ ਦੇ ਵਿੱਚੋਂ ਜ਼ਫਰਨਾਮਾ ਸਾਹਿਬ ਦੀ ਗੱਲ ਕਰ ਰਹੇ ਹਾਂ। ਅੱਜ ਹਕਾਇਤ 7ਵੀਂ ਦੀ ਗੱਲ ਕਰਦੇ ਹਾਂ। ਇੱਕ ਓੰਕਾਰ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਖੁਦਾ ਬੰਦ ਬਖਸ਼ਿੰਦੈ ਬੇਸ਼ੁਮਾਰ ਕੇ ਜ਼ਾਹਰ ਜ਼ਹੂਰ ਅਸਤ ਸਾਹਿਬ ਦਿਆਰ। ਪ੍ਰਭੂ ਬੇਅੰਤ ਦਾਤਾਂ ਦੇਣ ਵਾਲਾ ਹੈ। ਉਹ ਪ੍ਰਗਟ ਤੇ ਪ੍ਰਕਾਸ਼ ਰੂਪ ਹੈ ਤੇ ਸਭ ਦੇਸ਼ਾਂ ਦਾ ਮਾਲਕ ਹੈ। ਤਬੀਅਤ ਬਹਾਲਸਤ ਹੁਸਨਲ ਜਮਾਲ ਕੇ ਹੁਸਨਲ ਜਮਾਲੋ ਫਜ਼ੀਲਤ ਕਮਾਲ। ਉਸ ਪਰਮਾਤਮਾ ਦਾ ਸੁਭਾਅ ਖੇੜੇ ਵਾਲਾ ਹੈ ਤੇ ਚਿਹਰਾ ਵੀ ਸੁੰਦਰ ਹੈ। ਉਸ ਦਾ ਸਰੂਪ ਪ੍ਰਕਾਸ਼ ਵਾਲਾ ਹੈ, ਇਸ ਲਈ ਉਸ ਦੀ ਵਡਿਆਈ ਵੀ ਪੂਰਨ ਹੈ। ਕਿ ਇਸ ਫੰਦ ਯਾਰ ਅਜ਼ यहाँ रख्त बुरद नसब नाम है खुद बहमन सुपुरद। ਅਸਫੰਦ ਯਾਰ ਨਾਂ ਦਾ ਪਹਾੜੀ ਰਾਜਾ ਜਦੋਂ ਇਸ ਜਹਾਨ ਤੋਂ ਆਪਣੇ ਸਾਜੋ ਸਮਾਨ ਪ੍ਰਾਣਾਂ ਨੂੰ ਲੈ ਕੇ ਜਾਣ ਲੱਗਾ, ਭਾਵ ਮਰਨ ਲੱਗਾ, ਤਦ ਉਸਨੇ ਆਪਣੀ ਰਾਜਗੱਦੀ ਆਪਣੇ ਪੁੱਤਰ ਬਹਿਮਨ ਦੇ ਹਵਾਲੇ ਕੀਤੀ। ਅਜ਼ਾਂ ਦੁਖਤਰੇ ਹਮਚੂ ਪਰਰੇ ਹੁਮਾਏ ਕਿ ਹੁਸਨਲ ਜਮਾਲ ਅਸਤ ਦੌਲਤ ਫਿਜ਼ਾਏ। ਉਸ ਬਹਿਮਨ ਦੀ ਇੱਕ ਲੜਕੀ ਹੁਮਾ ਪੰਛੀ ਵਰਗੀ ਸੀ, ਜਿਸ ਦਾ ਰੂਪ ਬਹੁਤ ਸੁੰਦਰ ਸੀ ਤੇ ਜੋ ਉੱਤਮ ਭਾਗਾਂ ਦੀ ਮਾਲਕ ਸੀ। ਚੂ ਬਹਿਮਨ ਸ਼ਹ ਅਜ ਈ ਜਹਾਂ ਬੁਰਦ ਰਖਤ ਬਦੁਖਤਰ ਸਪੁਰਦੰਦ ਆ ਤਾਜ ਤਖਤ। ਜਦੋਂ ਉਹ ਬਹਿਮਨ ਰਾਜਾ ਇਸ ਸੰਸਾਰ ਤੋਂ ਆਪਣਾ ਪ੍ਰਾਣਾ ਰੂਪੀ ਸਮਾਨ ਲੈ ਕੇ ਤੁਰਨ ਲੱਗਾ ਤਾਂ ਉਸਨੇ ਆਪਣਾ ਤਾਜ ਤੇ ਤਖਤ ਆਪਣੀ ਲੜਕੀ ਦੇ ਸਪੁਰਦ ਕਰ ਦਿੱਤਾ। ਨਸ਼ ਸਤੰਦ ਬਰ ਤਖਤ ਰੂਮੀ ਹੁਮਾਏ ਕਿ ਬੁਸ਼ਤਾਂ ਬਹਾਰ ਅਸਤ ਸੂਰਤ ਫੈਜ਼ਾਏ। ਹੁਮਾ ਪੰਛੀ ਵਾਂਗੂ ਸੁੰਦਰ ਲੜਕੀ ਰੂਮ ਦੇਸ਼ ਦੇ ਤਖਤ ਤੇ ਬੈਠੀ ਉਹ ਬਸੰਤ ਰੁੱਤ ਦੀ ਫੁਲਵਾੜੀ ਵਾਂਗੂ ਖਿੜੀ ਹੋਈ ਸੀ ਤੇ ਸੁੰਦਰਤਾ ਨੂੰ ਵਧਾਉਣ ਵਾਲੀ ਸੀ। ਚੁ ਬੁਗਜਸ਼ਤ ਬਰਵੈ ਜਿਹ ਦਹ ਸਾਲ ਚਾਰ ਕੇ ਪੈਦਾ ਸ਼ੁਦਾ ਸਬਜੈ ਨੌ ਬਹਾਰ। ਜਦੋਂ ਉਸ ਲੜਕੀ ਉੱਪਰੋਂ 14 ਸਾਲ ਬੀਤੇ, ਭਾਵ 14 ਸਾਲਾਂ ਦੀ ਹੋ ਗਈ, ਤਾਂ ਉਸਦੇ ਸਰੀਰ ਵਿੱਚ ਨਵੀਂ ਰੁੱਤ ਦੀ ਹਰਿਆਵਲ ਪੈਦਾ ਹੋਈ, ਅਰਥਾਤ ਉਸ 'ਤੇ ਭਰ ਜਵਾਨੀ ਦਾ ਸਮਾਂ ਆ ਗਿਆ। ਬਹਾਰੇ ਜਵਾਨੀ ਬਨ ਉਬਤ ਰਸੀਦ ਚੂ ਬੁਸ਼ਤਾਂ ਗੁਲੇ ਸੁਰਖ ਬੇਰੂ ਕਸ਼ੀਦ। ਜਦੋਂ ਉਹ ਲੜਕੀ ਜੋਬਨ ਦੀ ਬਹਾਰ ਵਿੱਚ ਪਹੁੰਚੀ, ਭਾਵ ਜਵਾਨ ਹੋ ਗਈ, ਤਾਂ ਉਸਦਾ ਰੂਪ ਇਉਂ ਨਿਖਰਿਆ ਜਿਸ ਤਰ੍ਹਾਂ ਬਸੰਤ ਰੁੱਤ ਦੇ ਲਾਲ ਫੁੱਲ ਵਾਂਗ ਵਿੱਚ ਖਿੜਦੇ ਹਨ। ਬਹੁਸਨ ਆਮਦਸ਼ ਤੂਤੀਏ ਨੌ ਬਹਾਰ ਚੁਮਾਹੇ ਕਿਬਰ ਖੁਦ ਕੁਨਦ ਨੌ ਬਹਾਰ। ਉਸ ਦੀ ਸੁੰਦਰਤਾ ਤੇ ਇਉਂ ਬਿਹਾਰ ਆਈ ਜਿਵੇਂ ਬਸੰਤ ਰੁੱਤ ਵਿੱਚ ਕੋਮਲ ਪੱਤੇ ਨਿਕਲਦੇ ਹਨ। ਉਸ ਦਾ ਰੂਪ ਇਉਂ ਪ੍ਰਕਾਸ਼ਵਾਨ ਹੋ ਗਿਆ ਜਿਵੇਂ ਪੂਰਨਮਾਸ਼ੀ ਦਾ ਚੰਦਰਮਾ ਪ੍ਰਕਾਸ਼ ਵਾਲਾ ਹੁੰਦਾ ਹੈ। ਮਿਜਾਜਸ਼ ਜੇ ਤਿਫਲੀ ਬਿਰੂ ਦਰਦ ਰਸ਼ੀਦ ਜਵਾਨੀ ਜੇ ਆਗਾਜ਼ ਬਰਬੈ ਕਸ਼ੀਦ। ਉਸ ਦੇ ਸੁਭਾਅ ਵਿੱਚੋਂ ਬਚਪਨ ਵਾਲੀ ਚੰਚਲਤਾ ਜਾਂਦੀ ਰਹੀ। ਜਵਾਨੀ ਦੇ ਆਰੰਭ ਦਾ ਨਕਸ਼ਾ ਉਸ 'ਤੇ ਖਿੱਚਿਆ ਗਿਆ, ਭਾਵ ਜਵਾਨੀ ਦੇ ਚਿੰਨ੍ਹ ਉਸ ਦੇ ਹਰ ਇੱਕ ਅੰਗ ਵਿੱਚ ਪ੍ਰਗਟ ਹੋਣ ਲੱਗ ਪਏ। ਵਿਦਾ ਸ਼ੁੱਧ ਅਜ਼ੋ ਹਾਲ ਤਿਫਲੀ ਮਿਜ਼ਾਜ ਬਹਾਰੇ ਜਵਾਨੀ ਦਰਾਮਦ ਬੁਬਾਜ਼। ਉਸ ਦਾ ਬਚਪਨ ਵਾਲਾ ਚੰਚਲ ਸੁਭਾਅ ਖਤਮ ਹੋ ਗਿਆ ਤੇ ਫਿਰ ਜਵਾਨੀ ਦੀ ਬਹਾਰ ਉਸ 'ਤੇ ਆ ਗਈ। ਕਿ ਬਿਨ ਸ਼ਸ਼ਤ ਬਰ ਤਖਤ ਸ਼ਾਹਨ ਸ਼ਾਹੀ ਬਕਲਮ ਅੰਦਰ ਅਵਾਖਤ ਕਾਗਜ਼ ਮਹੀ। ਜਦੋਂ ਉਹ ਲੜਕੀ ਬਾਦਸ਼ਾਹੀ ਤਖਤ ਉੱਤੇ ਬੈਠੀ, ਤਦ ਉਹ ਕਲਮ ਨਾਲ ਉਸ ਕਾਗਜ਼ ਉੱਤੇ ਆਪਣੀ ਸਰਦਾਰੀ ਦੇ ਫਰਮਾਨ ਲਿਖਣ ਲੱਗੀ, ਜਿਹੜਾ ਕਾਗਜ਼ ਕੇ ਦਰਬਾਰ ਵਿੱਚ ਲਟਕਾਇਆ ਹੋਇਆ ਸੀ। ਨਜ਼ਰ ਕਰਦ ਬਰ ਬਚੈ ਗੋਹਰ ਨਿਗਾਰ ਕਿ ਬੁਰਦ ਅੰਦਰੂਨ ਸਭ ਬਖਤੇ ਗੁਵਾਰ। ਉਸ ਦੀ ਨਜ਼ਰ ਇੱਕ ਜ਼ੋਹਰੀ ਦੇ ਪੁੱਤਰ ਉੱਤੇ ਪਈ ਤੇ ਉਸ 'ਤੇ ਉਹ ਆਸ਼ਿਕ ਹੋ ਗਈ। ਫਿਰ ਉਸ ਲੜਕੇ ਨੂੰ ਉਹ ਰਾਤ ਦੇ ਹਨੇਰੇ ਵਿੱਚ ਆਪਣੇ ਮਹਿਲ ਅੰਦਰ ਲੈ ਗਈ। ਬਿਆ ਵੇਖਤ ਬਾਊ ਦੂਸ਼ ਸੇ 4 ਮਾਹ ਕਿ ਸ਼ਿਕਮਸ਼ ਫਰੇਮਾਂਦ ਅਜ਼ ਤੁਖਮ ਸ਼ਾਹ। ਉਹ ਲੜਕੀ 2-4 ਮਹੀਨੇ ਉਸ ਨੌਜਵਾਨ ਸ਼ਾਹੂਕਾਰ ਨਾਲ ਰਿਚੀ ਮਿਚੀ ਰਹੀ, ਭਾਵ ਰੰਗ ਰਲੀਆਂ ਮਾਣਦੀ ਰਹੀ। ਫਿਰ ਉਹ ਸ਼ਾਹੂਕਾਰ ਦੇ ਵੀਰੇ ਤੋਂ ਉਸ ਨੂੰ ਗਰਭ ਹੋ ਗਿਆ। ਚਨਹ ਮਾਹ ਗਸ਼ਤੈ ਬ ਆਂ ਬਿਸਤਨੀ ਬ ਕਸ਼ਿਸ਼ ਦਰਾਮਦ ਰਗੇ ਖੁਸਤਨੀ। ਜਦ ਹਮਲ ਠਹਿਰਿਆ 9 ਮਹੀਨੇ ਬੀਤ ਗਏ, ਤਦ ਉਸ ਸੁੰਦਰੀ ਦੀ ਪ੍ਰਸੁਤਾ ਨਾੜੀ ਖਿੱਚ ਵਿੱਚ ਆਈ। ਤਬਲੁਦ ਸ਼ੁਦਸ਼ ਕੋਦ ਕੇ ਸ਼ੀਰ ਖਾਰ ਕੇ ਖੁਦ ਸ਼ਾਹ ਬਹਿਸ਼ਾਹ ਅਫਕੂਨੋ ਨਾਮਦਾਰ। ਫਿਰ ਦੁੱਧ ਪੀਣ ਵਾਲਾ ਇੱਕ ਪੁੱਤਰ ਪੈਦਾ ਹੋਇਆ ਜੋ ਆਪ ਬਾਦਸ਼ਾਹ ਹੈ ਤੇ ਬਾਦਸ਼ਾਹ ਨੂੰ ਢਾਉਣ ਵਾਲਿਆਂ ਦੁਸ਼ਮਣਾਂ ਵਿੱਚ ਪ੍ਰਸਿੱਧ ਹੋ ਗਿਆ। ਕਿ ਜ਼ਾਹਰ ਨ ਕਰਦੰਦ ਸਿਰਰੇ ਜਹਾਂ ਬਸੰਦੂਕ ਉਰਾ ਨਿਗਹਿ ਦਾਸਤ ਆ। ਉਸ ਲੜਕੀ ਨੇ ਉਸ ਲੜਕੇ ਦੇ ਜੰਮਣ ਦਾ ਭੇਦ ਸੰਸਾਰ ਵਿੱਚ ਪ੍ਰਗਟ ਨਾ ਕੀਤਾ। ਉਸ ਨੂੰ ਇੱਕ ਸੰਦੂਕ ਵਿੱਚ ਰੱਖ ਕੇ ਨਜ਼ਰ ਵਿੱਚ ਰੱਖਿਆ, ਭਾਵ ਉਸ ਨੂੰ ਬੜੀ ਸੰਭਾਲ ਨਾਲ ਇੱਕ ਸੰਦੂਕ ਵਿੱਚ ਬੰਦ ਕਰ ਦਿੱਤਾ।
जी मुश्को फितर अंबर आवे खतंद बर ऊद अज जाफरा रेख तंद। उसने उस लड़के उपर कस्तूरी अतर ते मुस्कंबर का लेप किया, केसर ते ऊद नूं रगड़ के उस उत्ते छिड़किया। बदस्त अंदरू दाशत उरा अकीक रवा करद संदूक दरिया अमीक। फिर उसने उस लड़के के हत्थ विच एक हीरा रखिया ते उस संदूक नूं डूंघे दरिया विच रोड़ दिता। रमाकर्द ऊरा कुनद जामै चाक नज़र दाशत बरू शुकर जजदान पाक। उस संदूक नूं रोड़ के उसने इस दुख नाल अपना चोगा लीरो लीर कर दिता ते उस परम पवित्र प्रभु का ध्यान धरिया। नश सतंद बर रोद लवे गाजरा नज़र करद संदूक दरिया रवा। दरिया के कंढे ते धोबी बैठे सन, उन्होंने दरिया विच रोड़िया आ रहा संदूक वेख्या। हमी खाशत की ऊरा बदस्त आवरंद कि संदूक बसता है शिकस्त आवरंद। उन्हां धोबियां ने चाहे कि उस संदूक नूं हत्थ विच लिआया, भाप फड़ लईए ते उस संदूक ते बंद कीते जंदरे तोड़ सुट्टीए। चू वाजू ब कोशश दरामद अज़ां बदस्त बरामद मताए गिरा। ਜਦੋਂ ਉਹਨਾਂ ਨੇ ਆਪਣੀਆਂ ਬਾਹਾਂ ਦੇ ਜ਼ੋਰ ਨਾਲ ਸੰਦੂਕ ਨੂੰ ਨਦੀ ਤੋਂ ਬਾਹਰ ਲਿਆਂਦਾ ਤਾਂ ਉਹਨਾਂ ਨੂੰ ਸੰਦੂਕ ਵਿੱਚੋਂ ਬਹੁਤ ਧਨ ਪਦਾਰਥ ਹੱਥ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਦੂਸਰੇ ਭਾਗ ਦੇ ਵਿੱਚ ਇਸੀ ਗੱਲ ਨੂੰ ਅੱਗੇ ਤੋਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।